हेलो स्टूडेंट्स, आई होप यू गाइज आर डूइंग वेल। उम्मीद करदा ਤੁਹਾਡੇ ਆਇਲਸ ਦੀ ਤਿਆਰੀ ਠੀਕ ਚੱਲ ਰਹੀ ਹੋਵੇਗੀ। ਐਂਡ ਮੈਂ ਕਾਫੀ ਟਾਈਮ ਤੋਂ ਵੀਡੀਓਜ਼ ਨਹੀਂ ਪੋਸਟ ਕਰ ਪਾ ਰਿਹਾ ਸੀ ਤੇ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਥੋੜੇ ਬਿਜ਼ੀ ਸੀਗੇ, ਕਦੇ ਬਿਮਾਰ ਹੋ ਗਏ, ਕਦੇ ਇੱਛਾ ਸ਼ਕਤੀ ਦੀ ਕਮੀ ਹੁੰਦੀ ਸੀ ਵੀਡੀਓ ਬਣਾਉਣ ਦੇ ਮਾਮਲੇ 'ਚ। ਤਾਂ ਅੱਜ ਵੀ ਕੁਝ ਇਦਾਂ ਹੀ ਹੋ ਰਿਹਾ ਸੀਗਾ, ਮਨ ਨਹੀਂ ਸੀ ਕਰ ਰਿਹਾ ਵੀਡੀਓ ਬਣਾਉਣ ਦਾ, ਲੇਕਿਨ ਫਿਰ ਮੈਂ ਸੋਚਿਆ ਵੀ ਚਲੋ ਪਲਾਨ ਨਹੀਂ ਕਰਦੇ ਵੀਡੀਓ ਨੂੰ, ਸਪੌਂਟੇਨੀਅਸਲੀ ਰਿਕਾਰਡ ਕਰ ਲੈਂਦੇ ਹਾਂ। ਤਾਂ ਮੈਂ 2-4 ਚੀਜ਼ਾਂ ਆਪਣੇ ਸਾਹਮਣੇ ਪੇਜ 'ਤੇ ਨੋਟ ਡਾਊਨ ਕੀਤੀਆਂ ਹੋਈਆਂ ਐਂਡ ਇਹ ਸਾਰੀਆਂ ਗੱਲਾਂ ਤੁਹਾਡੇ ਲਈ ਬੜੇ ਕੰਮ ਦੀਆਂ ਗੱਲਾਂ ਰਹਿਣਗੀਆਂ। ਜੋ ਬੱਚੇ ਮਾਈਂਡਸੈਟ ਸੀਰੀਜ਼ ਦੀ ਪਹਿਲੀ ਵਾਰ ਵੀਡੀਓ ਦੇਖ ਰਿਹਾ, ਮੈਂ ਤੁਹਾਨੂੰ ਦੱਸਦਾ ਇਸ ਸੀਰੀਜ਼ ਦੇ ਅੰਦਰ ਮੈਂ ਇੱਦਾਂ ਦੇ ਮੁੱਦਿਆਂ 'ਤੇ ਗੱਲ ਕਰਦਾ ਜੋ ਸਾਈਕੋਲੋਜੀਕਲ ਮਨੋਵਿਗਿਆਨਿਕ ਕਿਸਮ ਦੇ ਹੁੰਦੇ ਆ ਅਤੇ ਸਾਡੀ ਆਇਲਸ ਦੀ ਤਿਆਰੀ ਨੂੰ ਪ੍ਰਭਾਵਿਤ ਕਰਦੇ ਆ। ਅੱਜ ਜਿਹੜੇ ਵਿਸ਼ੇ 'ਤੇ ਮੈਂ ਗੱਲ ਕਰ ਰਿਹਾ, ਇਸ ਵਿਸ਼ੇ 'ਤੇ ਗੱਲ ਕਰਨ ਦਾ ਵਾਅਦਾ ਮੈਂ 2-3 ਮਹੀਨੇ ਪਹਿਲਾਂ ਕੀਤਾ ਸੀ ਮੇਰੀ ਲਾਸਟ ਮਾਈਂਡਸੈਟ ਵਾਲੀ ਵੀਡੀਓ 'ਚ। ਟੌਪਿਕ ਹੈ ਸਟਰੈਸ ਅਤੇ ਨਰਵਸਨੈਸ ਦਾ। ਮੈਂ ਇਹਨੂੰ ਸਟਰੈਸ ਅਤੇ ਨਰਵਸਨੈਸ ਕਿਉਂ ਕਹਿ ਰਿਹਾ, ਪਹਿਲਾਂ ਤਾਂ ਇਸ ਨੂੰ ਆਪਾਂ ਸਮਝ ਲੈਂਦੇ ਹਾਂ ਕਿ ਮੈਂ ਦੋਨਾਂ 'ਚ ਫ਼ਰਕ ਕਰਦਾ ਜਾਂ ਇਹ ਸੇਮ ਚੀਜ਼ ਹੈ। ਦੇਖੋ, ਸਟਰੈਸ ਅਤੇ ਨਰਵਸਨੈਸ ਨੂੰ ਆਪਾਂ ਇੱਕ ਓਵਰਲੈਪਿੰਗ ਫਿਨੋਮੀਨਾ ਮੰਨ ਸਕਦੇ ਹਾਂ, ਮਿਲਦੀ ਜੁਲਦੀ ਚੀਜ਼ ਹੈ, ਲੇਕਿਨ ਇਹਦੇ 'ਚ ਫ਼ਰਕ ਕਰ ਲੈਣਾ ਵੀ ਵਧੀਆ ਹੁੰਦਾ। ਨਰਵਸਨੈਸ ਮੇਨਲੀ ਉਹ ਫੀਲਿੰਗ ਹੁੰਦੀ ਹੈ, ਫਿਜ਼ੀਕਲ ਸੈਂਸੇਸ਼ਨਸ ਹੁੰਦੀਆਂ ਜੋ ਤੁਹਾਨੂੰ ਬਿਲਕੁਲ ਜਦੋਂ ਕਹਿ ਲਓ ਵੀ ਦਿਨ ਹਸ਼ਰ ਦਾ ਆ ਗਿਆ, ਜਦੋਂ ਤੁਹਾਡੇ ਇਮਤਿਹਾਨ ਦੀ ਘੜੀ ਆ ਗਈ, ਜਦੋਂ ਤੁਹਾਨੂੰ ਉਦੋਂ ਮਹਿਸੂਸ ਹੁੰਦੀ ਹੈ। ਐਗਜ਼ਾਮ ਹਾਲ ਦੇ ਬਾਹਰ ਐਗਜ਼ਾਮ ਹਾਲ 'ਚ ਬੈਠ ਕੇ ਵੇਟ ਕਰਦੇ ਹੋ ਜਦੋਂ ਤੁਸੀਂ ਆਪਣੇ ਸਪੀਕਿੰਗ ਇੰਟਰਵਿਊ ਲਈ, ਅਤੇ ਸਪੀਕਿੰਗ ਇੰਟਰਵਿਊ ਜਦੋਂ ਚੱਲ ਰਿਹਾ ਹੁੰਦਾ ਉਹਦੇ ਸ਼ੁਰੂਆਤ ਵਿੱਚ ਜੋ ਨਰਵਸਨੈਸ ਹੁੰਦੀ ਉਹ ਇੱਕ ਬਹੁਤ ਹੀ ਇੰਟੈਂਸ ਫਿਜ਼ੀਕਲ ਫੀਲਿੰਗ ਹੁੰਦੀ ਹੈ ਜੋ ਤੁਹਾਨੂੰ ਫਿਜ਼ੀਕਲੀ ਪ੍ਰਭਾਵਿਤ ਕਰਦੀ ਹੈ, ਮੈਂਟਲੀ ਪ੍ਰਭਾਵਿਤ ਕਰਦੀ ਹੈ ਅਤੇ ਅਕਸਰ ਚੀਜ਼ਾਂ ਦੇ ਸ਼ੁਰੂ ਵਿੱਚ ਜ਼ਿਆਦਾ ਹੁੰਦੀ ਹੈ, ਫਿਰ ਹੌਲੀ ਹੌਲੀ ਘਟਦੀ ਜਾਂਦੀ ਹੈ। ਜਿਵੇਂ ਕਿ ਆਇਲਸ ਦੇ ਐਗਜ਼ਾਮ 'ਚ ਤੁਸੀਂ ਬੈਠੇ ਹੋ, ਸ਼ੁਰੂ 'ਚ ਨਰਵਸਨੈਸ ਜ਼ਿਆਦਾ ਹੋਊ, ਫਿਰ ਠੀਕ ਹੋ ਜਾਊਗੀ। ਸਪੀਕਿੰਗ ਦਾ ਐਗਜ਼ਾਮ ਕਿਉਂਕਿ 10-15 ਮਿੰਟ ਦਾ ਹੀ ਹੁੰਦਾ, ਇਹਦੇ 'ਚ ਜ਼ਿਆਦਾ ਨੁਕਸਾਨ ਕਰ ਜਾਂਦੀ ਹੈ ਕਿਉਂਕਿ ਜਦੋਂ ਤੱਕ ਇਹ ਠੰਡੀ ਹੁੰਦੀ ਹੈ ਉਦੋਂ ਤੱਕ ਐਗਜ਼ਾਮ ਜੋ ਹੈ ਸਪੀਕਿੰਗ ਦਾ ਇੰਟਰਵਿਊ ਤੁਹਾਡਾ ਡਨ ਹੋ ਚੁੱਕਿਆ ਹੁੰਦਾ। ਸਟਰੈਸ ਜਿਹੜੀ ਚੀਜ਼ ਹੁੰਦੀ ਹੈ ਇਹ ਰੈਦਰ ਇੱਕ ਕਰੋਨਿਕ ਚੀਜ਼ ਹੁੰਦੀ ਹੈ। ਕਰੋਨਿਕ ਦਾ ਮਤਲਬ ਥੋੜ੍ਹੇ ਲੰਬੇ ਟਾਈਮ ਤੋਂ ਚੱਲ ਰਹੀ ਹੁੰਦੀ ਹੈ। ਜਦੋਂ ਤੁਸੀਂ ਆਪਣਾ ਐਗਜ਼ਾਮ ਫਿਲ ਕਰਤਾ, ਹੋ ਸਕਦਾ ਉਦੋਂ ਤੋਂ ਹੀ ਤੁਹਾਡੇ ਸਟਰੈਸ ਲੈਵਲ ਵਧਣੇ ਸ਼ੁਰੂ ਹੋ ਜਾਣ। ਹੋ ਸਕਦਾ ਜਦੋਂ 15 ਦਿਨ ਰਹਿ ਗਏ ਐਗਜ਼ਾਮ 'ਚ ਜਾਂ ਹਫ਼ਤਾ ਰਹਿ ਗਿਆ ਉਦੋਂ ਤੁਸੀਂ ਸਟਰੈਸ ਲੈਣਾ ਸ਼ੁਰੂ ਕਰ ਦਿਓ। ਸ਼ਾਇਦ ਮੈਨੂੰ ਦੱਸਣ ਦੀ ਵੀ ਜ਼ਰੂਰਤ ਨਹੀਂ ਹੈ ਸਟਰੈਸ ਕੀ ਹੁੰਦਾ। ਇੱਕ ਫਿਜ਼ੀਕਲ ਫੀਲਿੰਗ ਹੁੰਦੀ ਹੈ, ਠੀਕ ਹੈ, ਟਾਈਟਨੈਸ ਇਨ ਮਸਲਸ, ਦਿਲ ਦੀ ਧੜਕਨ ਵੱਧ ਜਾਣਾ। ਸਭ ਤੋਂ ਜ਼ਰੂਰੀ ਸਟਰੈਸ ਅਤੇ ਨਰਵਸਨੈਸ 'ਚ ਜੋ ਮੈਨੂੰ ਲੱਗਦਾ ਫ਼ਰਕ ਹੁੰਦਾ ਉਹ ਹੁੰਦਾ ਕਿ ਜਦੋਂ ਅਸੀਂ ਸਟਰੈਸਡ ਰਹਿੰਦੇ ਹਾਂ ਤਾਂ ਅਸੀਂ ਚਿੰਤਾ ਬਹੁਤ ਕਰਦੇ ਹਾਂ, ਅਲੱਗ-ਅਲੱਗ ਬੁਰੇ ਸਿਨੈਰੀਓ ਸੋਚਦੇ ਹਾਂ ਕਿ ਹਾਏ ਜੇ ਮੁਸ਼ਕਿਲ ਰਾਈਟਿੰਗ ਆ ਗਈ ਤਾਂ ਕੀ ਹੋਊਗਾ, ਇੱਦਾਂ ਹੋ ਗਿਆ ਤਾਂ ਕੀ ਹੋਊਗਾ, ਜੇ ਐਗਜ਼ਾਮ 'ਚ ਮੇਰੇ ਬੈਂਡ ਨਾ ਆਏ ਤਾਂ ਮੇਰੇ ਤਾਂ ਸਾਰੇ ਪੈਸੇ ਡੁੱਬ ਜਾਣੇ ਆ, ਵਗੈਰਾ ਵਗੈਰਾ। ਤੁਹਾਨੂੰ ਪਤਾ ਹੀ ਹੈ ਕੀ ਚਿੰਤਾਵਾਂ ਤੁਹਾਡੇ ਮਨ 'ਚ ਹੁੰਦੀਆਂ। ਸਟਰੈਸ ਅਤੇ ਨਰਵਸਨੈਸ ਦੋਨੋਂ ਹੀ ਤੁਹਾਡੇ ਨਰਵਸ ਸਿਸਟਮ ਦੇ ਰਿਐਕਸ਼ਨਸ ਹੁੰਦੇ ਆ, ਠੀਕ ਹੈ। ਤੁਹਾਡਾ ਨਰਵਸ ਸਿਸਟਮ ਉਦੋਂ ਰਿਐਕਟ ਕਰਦਾ ਜਦੋਂ ਉਹਨੂੰ ਕੋਈ ਖਤਰੇ ਦਾ ਅਹਿਸਾਸ ਹੁੰਦਾ। ਖਤਰਾ ਕਦੋਂ ਹੁੰਦਾ? ਦੇਖੋ, ਜਾਂ ਤਾਂ ਤੁਹਾਡੀ ਜਾਨ ਨੂੰ ਖਤਰਾ ਹੈ ਜਾਂ ਦਾਅ 'ਤੇ ਬਹੁਤ ਕੁਝ ਲੱਗਿਆ ਹੋਇਆ। ਜਦੋਂ ਵੀ ਕੋਈ ਬੱਚਾ ਆਇਲਸ ਦਾ ਐਗਜ਼ਾਮ ਦੇਣ ਜਾਂਦਾ ਹੈ ਤਾਂ ਮਹੀਨਿਆਂ ਦੀ ਮਿਹਨਤ, ਮਹੀਨਿਆਂ ਦੀ ਜੋ ਉਹਨੇ ਫੀਸ ਪੇ ਕੀਤੀ ਹੁੰਦੀ ਹੈ, ਐਗਜ਼ਾਮ ਦੀ ਫੀਸ ਪੇ ਕੀਤੀ ਹੁੰਦੀ ਹੈ, ਅਤੇ ਜਿਹੜੇ ਸੁਪਨੇ ਹੈ ਬਾਹਰ ਜਾਣ ਦੇ, ਉਹ ਸਭ ਕੁਝ ਦਾਅ 'ਤੇ ਲੱਗੇ ਹੁੰਦੇ ਆ। ਤਾਂ ਇਹ ਬੜੀ ਕੁਦਰਤੀ ਗੱਲ ਹੈ ਕਿ ਜੋ ਸਟਰੈਸ ਹੈ ਉਹ ਤੁਹਾਨੂੰ ਹੋਊਗਾ, ਨਰਵਸਨੈਸ ਤੁਹਾਨੂੰ ਹੋਊਗੀ। ਦੁਨੀਆ ਦਾ ਕੋਈ ਵੀ ਬੱਚਾ ਇਸ ਤੋਂ ਬਚਿਆ ਨਹੀਂ ਹੈ। ਹਾਂ, ਲੋੜ ਤੋਂ ਵੱਧ ਨਹੀਂ ਹੋਣੀ ਚਾਹੀਦੀ। ਤਾਂ ਮੈਂ ਤੁਹਾਨੂੰ 5 ਟਿਪਸ ਦੇਵਾਂਗਾ ਅਬਾਊਟ ਸਟਰੈਸ ਐਂਡ ਨਰਵਸਨੈਸ। ਇਹਦੇ 'ਚ ਟਿਪ ਨੰਬਰ 0 ਜੋ ਮੈਂ ਆਲਰੇਡੀ ਦੇ ਚੁੱਕਿਆ ਤੁਹਾਨੂੰ, ਉਹ ਹੈਗਾ ਨੋਰਮਲਾਈਜ਼ ਕਰੋ। ਜੋ ਸਟਰੈਸ ਹੈ, ਨਰਵਸਨੈਸ ਹੈ, ਇਹਨੂੰ ਇੱਕ ਹਊਆ ਨਾ ਬਣਾਓ ਆਪਦੇ ਮਨ 'ਚ। ਕਦੇ ਵੀ ਇਹਦੇ ਬਾਰੇ ਇੱਦਾਂ ਨਾ ਸੋਚੋ ਕਿ ਮੇਰੇ ਨਾਲ ਹੀ ਕਿਉਂ ਹੋ ਰਿਹਾ। ਅਸਲੀਅਤ ਇਹ ਹੈ ਵੀ ਸਟਰੈਸ ਅਤੇ ਨਰਵਸਨੈਸ ਆਲਮੋਸਟ ਹਰ ਬੱਚਾ ਜੋ ਆਇਲਸ ਦਾ ਐਗਜ਼ਾਮ ਦਿੰਦਾ ਉਹਦੇ 'ਚ ਉਹ ਗੁਜ਼ਰਦਾ। ਤੁਸੀਂ ਵੀ ਗੁਜ਼ਰ ਰਹੇ ਹੋ, ਸਭੀ ਗੁਜ਼ਰ ਰਹੇ ਆ। ਤਾਂ ਇਟਸ ਨਾਟ ਸਮਥਿੰਗ ਅਨਯੂਜੂਅਲ, ਤੁਹਾਡੇ ਨਾਲ ਕੁਝ ਗਲਤ ਨਹੀਂ ਹੋ ਰਿਹਾ। ਇਟਸ ਇਜ਼ ਵਾਟ ਹੈਪਨਸ ਵੈਨ ਐਗਜ਼ਾਮ ਕਮਸ ਨੀਅਰ। ਪਹਿਲੀ ਚੀਜ਼। ਦੂਸਰੀ ਚੀਜ਼, ਸਟਰੈਸ ਅਤੇ ਨਰਵਸਨੈਸ ਦਾ ਜੋ ਸਭ ਤੋਂ ਜ਼ਿਆਦਾ ਐਕਸੈਸਿਬਲ ਹੱਲ ਹੁੰਦਾ ਉਹ ਹੁੰਦਾ ਕਿ ਖੁਦ ਨੂੰ ਰਿਲੈਕਸ ਜਾਂ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰੋ। ਤਾਂ ਮੰਨ ਲਓ ਮਿਊਜ਼ਿਕ ਸੁਣ ਲਓ, ਮੂਵੀਜ਼ ਦੇਖ ਲਓ, ਵਾਕ ਲਈ ਚਲੇ ਜਾਓ, ਗੌਸਿਪ ਕਰ ਲਓ, ਲੇਕਿਨ ਖੁਦ ਨੂੰ ਉਸ ਮੈਂਟਲ ਪਲੇਸ 'ਚ ਟਿਕਾਓ ਨਾ ਜਿੱਥੇ ਬੈਠ ਕੇ ਤੁਸੀਂ ਬਸ ਚਿੰਤਾ ਲਈ ਜਾ ਰਹੇ ਹੋ। ਖੁਦ ਨੂੰ ਉੱਥੋਂ ਆਪਣੇ ਮਨ ਨੂੰ ਹਟਾਉਣ ਦੀ ਕੋਸ਼ਿਸ਼ ਕਰੋ। ਹੁਣ ਇਹ ਕੋਈ ਬਹੁਤੀ ਆਸਾਨ ਚੀਜ਼ ਨਹੀਂ ਹੁੰਦੀ ਕਿਉਂਕਿ ਜਦੋਂ ਤੁਸੀਂ ਸਟਰੈਸਡ ਹੁੰਦੇ ਹੋ ਤਾਂ ਕਈ ਵਾਰ ਕੀ ਹੁੰਦਾ ਕਿ ਤੁਸੀਂ ਮਿਊਜ਼ਿਕ ਸੁਣ ਰਹੇ ਹੋ ਲੇਕਿਨ ਉਹ ਮਿਊਜ਼ਿਕ 'ਚ ਤੁਹਾਡਾ ਧਿਆਨ ਨਹੀਂ ਹੈ। ਤੁਸੀਂ ਦੋਸਤਾਂ ਨਾਲ ਗੱਲਾਂ ਜ਼ਰੂਰ ਕਰ ਰਹੇ ਹੋ ਲੇਕਿਨ ਗੱਲਾਂ 'ਚ ਤੁਹਾਡਾ ਧਿਆਨ ਨਹੀਂ ਹੈ। ਤੁਹਾਡਾ ਬਾਰ-ਬਾਰ ਮਨ ਉਸੇ ਚੀਜ਼ ਵੱਲ ਜਾ ਰਿਹਾ ਜੋ ਚੀਜ਼ ਦੀ ਤੁਹਾਨੂੰ ਚਿੰਤਾ ਹੈ। ਪਾਰਸ਼ਲੀ ਇਹ ਜਿਹੜਾ ਹੱਲ ਹੈ ਪਹਿਲਾਂ ਇਹ ਕੰਮ ਕਰ ਜਾਂਦਾ ਲੇਕਿਨ ਪੂਰੀ ਤਰ੍ਹਾਂ ਨਹੀਂ। ਤੁਹਾਨੂੰ ਹੋਰ ਵੀ ਗਹਿਰਾਈ 'ਚ ਇਸ ਸਮੱਸਿਆ ਨੂੰ ਸਮਝਣਾ ਪਊਗਾ। ਤਾਂ ਦੂਸਰਾ, ਜਿਵੇਂ ਜਿਵੇਂ ਟਿਪਸ ਅੱਗੇ ਵੱਧਦੇ ਜਾਣਗੇ ਹੋਰ ਇੰਪੋਰਟੈਂਟ, ਹੋਰ ਗਹਿਰੇ ਹੁੰਦੇ ਜਾਣਗੇ, ਠੀਕ ਹੈ ਜੀ। ਤਾਂ ਜਿਹੜਾ ਦੂਸਰਾ ਇਸ ਤੋਂ ਜ਼ਿਆਦਾ ਇੰਪੋਰਟੈਂਟ ਟਿਪ ਹੈ
ਉਹ ਇਹ ਹੈ ਕਿ ਤੁਹਾਡੇ ਮਨ 'ਚ ਇੱਕ ਸਿੱਧੀ ਲਕੀਰ ਖਿੱਚੀ ਹੋਣੀ ਚਾਹੀਦੀ ਹੈ, ਜਿਹਦੇ ਖੱਬੇ ਪਾਸੇ ਉਹ ਚੀਜ਼ਾਂ ਨੇ ਜਿਨ੍ਹਾਂ 'ਤੇ ਤੁਹਾਡਾ ਕੰਟਰੋਲ ਹੈ, ਸੱਜੇ ਪਾਸੇ ਉਹ ਚੀਜ਼ਾਂ ਨੇ ਜਿਨ੍ਹਾਂ 'ਤੇ ਤੁਹਾਡਾ ਕੰਟਰੋਲ ਨਹੀਂ ਹੈ। ਜਦੋਂ ਅਸੀਂ ਆਪਣੀ ਜ਼ਿੰਦਗੀ 'ਚ ਇਹੀ ਨਹੀਂ ਡਿਫਾਈਨ ਕਰ ਪਾਉਂਦੇ ਕਿ ਕਿਹੜੀਆਂ ਚੀਜ਼ਾਂ ਮੇਰੇ ਬੱਸ 'ਚ ਹੈ, ਕਿਹੜੀਆਂ ਚੀਜ਼ਾਂ ਮੇਰੇ ਬੱਸ 'ਚ ਨਹੀਂ ਹੈ, ਫਿਰ ਅਸੀਂ ਆਊਟ ਆਫ ਕੰਟਰੋਲ ਫੀਲ ਕਰਦੇ ਹਾਂ। ਮੈਂ ਤੁਹਾਨੂੰ ਇਹ ਬਿਲਕੁਲ ਉਦਾਹਰਨ ਨਾਲ ਸਮਝਾਊਂਗਾ ਮੈਂ ਕੀ ਕਹਿ ਰਿਹਾ। ਮੰਨ ਲਓ ਰੀਡਿੰਗ ਦੀ ਪ੍ਰੈਕਟਿਸ ਕਰਨਾ ਤੁਹਾਡੇ ਕੰਟਰੋਲ 'ਚ ਹੈ, ਲੇਕਿਨ ਰੀਡਿੰਗ ਵਿੱਚ 7 ਬੈਂਡ ਆ ਜਾਣੇ ਤੁਹਾਡੇ ਕੰਟਰੋਲ 'ਚ ਨਹੀਂ ਹੈ। ਬੈਂਡ ਸਕੋਰ ਤੁਹਾਡੇ ਕੰਟਰੋਲ 'ਚ ਨਹੀਂ ਹੈ, ਤੁਹਾਡੇ ਹੱਥ 'ਚ ਪ੍ਰੈਕਟਿਸ ਹੈ। ਜੇ ਤੁਸੀਂ ਪ੍ਰੈਕਟਿਸ 'ਤੇ ਫੋਕਸ ਕਰੋਗੇ ਤੁਸੀਂ ਐਮਪਾਵਰਡ ਫੀਲ ਕਰੋਗੇ, ਤੁਹਾਨੂੰ ਇਹ ਲੱਗੂਗਾ ਵੀ ਚਿੰਤਾ ਲੈਣ ਦੀ ਕੋਈ ਲੋੜ ਨਹੀਂ, ਚੀਜ਼ਾਂ ਮੇਰੇ ਹੱਥ ਹੈ। ਜੇ ਤੁਸੀਂ ਕਿਸੇ ਇੱਦਾਂ ਦੀ ਚੀਜ਼ 'ਤੇ ਫੋਕਸ ਕਰਨ ਲੱਗ ਜਾਓਗੇ ਜਿਸ 'ਤੇ ਤੁਹਾਡਾ ਡਾਇਰੈਕਟ ਕੰਟਰੋਲ ਹੈ ਹੀ ਨਹੀਂ, ਤਾਂ ਨੈਚੁਰਲ ਹੈ ਤੁਹਾਡੀ ਨਰਵਸਨੈਸ ਵਧੂਗੀ। ਜੇ ਮੈਨੂੰ ਇੱਕ ਉਦਾਹਰਨ ਰਾਹੀਂ ਤੁਹਾਨੂੰ ਸਮਝਾਵਾਂ, ਕਦੇ ਤੁਸੀਂ ਆਪਣੇ ਕਿਸੇ ਦੋਸਤ ਦੇ ਪਿੱਛੇ ਬੈਠੇ ਹੋਵੋਗੇ ਮੋਟਰਸਾਈਕਲ 'ਤੇ ਜੋ ਬੜੀ ਰੈਸ਼ ਡਰਾਈਵਿੰਗ ਕਰਦਾ ਹੈ, ਅਤੇ ਤੁਸੀਂ ਹਮੇਸ਼ਾ ਇੱਧਰ ਉੱਧਰ ਦੇਖ ਰਹੇ ਹੋਵੋਗੇ ਕਿਤੇ ਇੱਥੇ ਨਾ ਠੋਕਦੇ ਉੱਧਰ ਨਾ ਠੋਕਦੇ, ਇਹਨੂੰ ਪਤਾ ਲੱਗ ਰਿਹਾ ਇੱਧਰੋਂ ਕਾਰ ਆ ਰਹੀ ਹੈ ਐਂਡ ਕਿੰਨੀ ਉਹ ਟੈਨਸ਼ਨ ਵਾਲਾ ਮਾਹੌਲ ਹੁੰਦਾ ਪਿੱਛੇ। ਲੇਕਿਨ ਉਹੀ ਬਾਈਕ 'ਤੇ ਜੇ ਤੁਹਾਡੇ ਹੱਥ ਹੋਣ, ਤੁਸੀਂ ਖੁਦ ਚਲਾ ਰਹੇ ਹੋ, ਤਾਂ ਤੁਹਾਨੂੰ ਉਹ ਨਰਵਸਨੈਸ ਫੀਲ ਨਹੀਂ ਹੋਊਗੀ। ਕਿਉਂਕਿ ਤੁਸੀਂ ਕੰਟਰੋਲ ਵਿੱਚ ਹੋ। ਤਾਂ ਕੰਟਰੋਲ ਵਿੱਚ ਨਾ ਮਹਿਸੂਸ ਕਰਨਾ ਬਹੁਤ ਵੱਡਾ ਕਾਰਨ ਹੁੰਦਾ ਸਟ੍ਰੈਸ ਅਤੇ ਨਰਵਸਨੈਸ ਦੇ ਵਧਣ ਦਾ। ਹੋਣਾ ਤਾਂ ਨਾਰਮਲ ਹੈ, ਲੇਕਿਨ ਵਧਣਾ ਨਾਰਮਲ ਨਹੀਂ ਹੈ ਇੱਕ ਲਿਮਿਟ ਤੋਂ ਬਾਅਦ। ਇਸ ਕਰਕੇ ਬਹੁਤ ਹੀ ਜ਼ਰੂਰੀ ਹੁੰਦਾ ਹੈਗਾ ਕਿ ਤੁਸੀਂ ਆਪਣੇ ਆਲੇ ਦੁਆਲੇ ਨਿਗਾਹ ਮਾਰ ਕੇ ਖੁਦ ਨੂੰ ਇਹ ਸਵਾਲ ਕਰੋ ਕਿ ਕਿਹੜੀਆਂ ਚੀਜ਼ਾਂ ਮੇਰੇ ਕੰਟਰੋਲ 'ਚ ਹੈ, ਉਹਨਾਂ ਦੀ ਚਿੰਤਾ ਮੈਂ ਲੈਣੀ ਹੈ ਕਿਉਂਕਿ ਉਹਨਾਂ ਬਾਰੇ ਮੈਂ ਕੁਝ ਕਰ ਸਕਦਾ ਅਤੇ ਕਰੂੰਗਾ। ਅਤੇ ਜਿਹੜੀਆਂ ਚੀਜ਼ਾਂ 'ਤੇ ਮੇਰਾ ਕੰਟਰੋਲ ਨਹੀਂ ਹੈ ਮੈਂ ਉਹਨਾਂ ਬਾਰੇ ਚਿੰਤਾ ਨਹੀਂ ਕਰੂੰਗਾ। ਐਗਜ਼ਾਮ ਵਾਲੇ ਦਿਨ ਕਿਹੜਾ ਐਸੇ ਆਊਗਾ, ਮੇਰਾ ਉਸ 'ਤੇ ਕੰਟਰੋਲ ਨਹੀਂ ਹੈ, ਮੇਰੇ ਚਿੰਤਾ ਲੈਣ ਨਾਲ ਚੰਗਾ ਐਸੇ ਨਹੀਂ ਆ ਜਾਊਗਾ ਜਾਂ ਚਿੰਤਾ ਲੈਣ ਨਾਲ ਮਾੜਾ ਐਸੇ ਨਹੀਂ ਆ ਜਾਊਗਾ। ਮੇਰੇ ਕੰਟਰੋਲ ਵਿੱਚ ਇਹ ਹੈ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਐਸੇਸ ਪੜ੍ਹ ਲਾਂ। ਲਿਸਨਿੰਗ ਕਿੱਦਾਂ ਦੀ ਆਊਗੀ, ਤੇਜ਼ ਨਾ ਆ ਜੇ, ਮੇਰੇ ਕੰਟਰੋਲ 'ਚ ਨਹੀਂ ਹੈ। ਹਾਂ, ਇਹ ਮੇਰੇ ਕੰਟਰੋਲ 'ਚ ਹੈ ਕਿ ਇਸ ਸਮੇਂ ਮੈਂ ਲਿਸਨਿੰਗ ਕਰ ਸਕਦਾ ਉਹਦੀ ਸਪੀਡ ਵਧਾ ਕੇ। ਅੱਜ ਕੱਲ੍ਹ ਜਿੰਨੇ ਵੀ ਆਡੀਓ ਪਲੇਅਰਸ ਆਉਂਦੇ, ਸਪੀਡ ਦਾ ਆਪਸ਼ਨ ਆਉਂਦਾ, ਤੁਸੀਂ ਸਪੀਡ ਵਧਾ ਕੇ ਲਿਸਨਿੰਗ ਕਰ ਲਓ, ਫਿਰ ਤੁਸੀਂ ਚੀਜ਼ ਨੂੰ ਆਪਣੇ ਕੰਟਰੋਲ 'ਚ ਲਿਆਂਦਾ। ਹਰ ਜੋ ਤੁਹਾਡੀ ਚਿੰਤਾ ਉਹਦੇ ਬਾਰੇ ਤੁਸੀਂ ਇਹ ਸੋਚਣਾ ਵੀ ਇਹਦਾ ਕਿਹੜਾ ਹਿੱਸਾ ਮੇਰੇ ਕੰਟਰੋਲ 'ਚ ਹੈ, ਬਸ ਮੈਂ ਉਸ 'ਤੇ ਫੋਕਸ ਕਰਾਂ। ਕਾਫੀ ਹੱਦ ਤੱਕ ਨਰਵਸਨੈਸ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ ਜਦੋਂ ਤੁਸੀਂ ਇਹ ਸਕਿੱਲ ਸਿੱਖ ਲੈਂਦੇ ਹੋ। ਤੀਸਰੀ ਚੀਜ਼ ਸੈਲਫ ਟਾਕ ਹੁੰਦਾ ਖੁਦ ਨਾਲ ਗੱਲਾਂ ਕਰਨੀਆਂ। ਬਹੁਤ ਸਾਰੇ ਲੋਕ ਸੋਚਦੇ ਆ ਵੀ ਸਾਡਾ ਜਿਹੜਾ ਮਨ ਹੈ ਨਾ ਉਹ ਇੱਕ ਸਿੰਗੂਲਰ ਐਂਟੀਟੀ ਹੈ, ਮੇਰਾ ਮਨ ਅਤੇ ਮੈਂ ਇੱਕੋ ਹੀ ਚੀਜ਼ ਆ। ਇੱਦਾਂ ਨਹੀਂ ਹੁੰਦਾ। ਅਸਲ 'ਚ ਤੁਹਾਡਾ ਜਿਹੜਾ ਮਨ ਹੈ ਨਾ ਉਹ ਇੱਕ ਥੀਏਟਰ ਦੀ ਤਰ੍ਹਾਂ। ਇਹ ਥੀਏਟਰ ਹੈ ਤੁਹਾਡੀ ਅਵੇਅਰਨੈਸ ਦਾ। ਤੁਸੀਂ ਹਰ ਚੀਜ਼ ਨੂੰ ਹੁੰਦੇ ਹੋਏ ਦੇਖ ਰਹੇ ਹੋ। ਜਦੋਂ ਤੁਹਾਨੂੰ ਗੁੱਸਾ ਆਉਂਦਾ ਹੈ ਤਾਂ ਤੁਸੀਂ ਉਹਨੂੰ ਦੇਖ ਪਾ ਰਹੇ ਹੁੰਦੇ ਹੋ ਕਿ ਤੁਹਾਨੂੰ ਗੁੱਸਾ ਆ ਰਿਹਾ। ਜਦੋਂ ਤੁਹਾਨੂੰ ਉਦਾਸੀ ਹੁੰਦੀ ਹੈ ਤੁਸੀਂ ਉਸ ਉਦਾਸੀ ਨੂੰ ਮਹਿਸੂਸ ਕਰ ਪਾ ਰਹੇ ਹੁੰਦੇ ਹੋ, ਦੇਖ ਪਾ ਰਹੇ ਹੁੰਦੇ ਹੋ ਕਿ ਮੈਨੂੰ ਉਦਾਸੀ ਹੋ ਰਹੀ ਹੈ। ਇਹਦਾ ਮਤਲਬ ਤੁਹਾਡੇ ਅਤੇ ਤੁਹਾਡੇ ਇਮੋਸ਼ਨਸ 'ਚ ਥੋੜ੍ਹਾ ਜਿਹਾ ਗੈਪ ਹੈ। ਅਤੇ ਤੁਹਾਡਾ ਜਿਹੜਾ ਮਨ ਹੈ ਉਹ ਇੱਕ ਥੀਏਟਰ ਦੀ ਤਰ੍ਹਾਂ। ਕਦੇ ਇੱਥੇ ਕੋਈ ਖੁਸ਼ ਮਿਜਾਜ਼ ਕਿਰਦਾਰ ਆ ਜਾਂਦਾ ਹੈ, ਕਦੇ ਇੱਥੇ ਕੋਈ ਗੁੱਸੇ ਵਾਲਾ ਕਿਰਦਾਰ ਆ ਜਾਂਦਾ ਹੈ, ਕਦੇ ਉਦਾਸੀ ਵਾਲਾ ਆ ਜਾਂਦਾ ਹੈ, ਕਦੇ ਚਿੰਤਾ ਵਾਲਾ ਆ ਜਾਂਦਾ ਹੈ। ਇਸੇ ਤਰ੍ਹਾਂ ਆਪਾਂ ਜੇ ਨਰਵਸਨੈਸ ਨੂੰ ਡਿਫਾਈਨ ਕਰਨ ਦੀ ਕੋਸ਼ਿਸ਼ ਕਰੀਏ ਤਾਂ ਨਰਵਸਨੈਸ ਉਹ ਮਾਨਸਿਕ ਅਵਸਥਾ ਹੁੰਦੀ ਹੈ ਜਿੱਥੇ ਤੁਹਾਡੀ ਸਟੇਜ 'ਤੇ ਜੋ ਪਰਫੋਰਮੈਂਸ ਦੇ ਰਿਹਾ ਉਹ ਇੱਕ ਡਰਿਆ ਹੋਇਆ ਬੱਚਾ ਦੇ ਰਿਹਾ। ਸਮਝ ਆ ਰਹੀ ਹੈ ਗੱਲ? ਇਮੈਜਿਨ ਕਰੋ ਇੱਕ ਬੱਚਾ ਮੇਲੇ 'ਚ ਹੈ ਅਤੇ ਉਹਨੂੰ ਕਿਹਾ ਗਿਆ ਕਿ ਕਦੇ ਕਿਹਾ ਗਿਆ ਉਹਨੇ ਕਿ ਜਿਹੜੇ ਇਹ ਬਾਬੇ ਹੁੰਦੇ ਆ ਪੋਟਲੀ 'ਚ ਬੱਚਿਆਂ ਨੂੰ ਪਾ ਕੇ ਲੈ ਜਾਂਦੇ ਆ, ਤਾਂ ਉਹਨੂੰ ਇੱਦਾਂ ਦਾ ਕੋਈ ਬਾਬਾ ਦਿਖ ਜਾਂਦਾ ਉੱਥੇ। ਉਦੋਂ ਬਾਅਦ 'ਚ ਉਹ ਬੱਚਾ ਡਰ ਜਾਂਦਾ, ਸਹਿਮ ਜਾਂਦਾ। ਤੁਹਾਡੀ ਹਾਲਤ ਬਿਲਕੁਲ ਉਹ ਹੁੰਦੀ ਹੈ ਜਦੋਂ ਤੁਸੀਂ ਐਗਜ਼ਾਮ ਤੋਂ ਪਹਿਲਾਂ ਸਟ੍ਰੈਸ ਜਾਂ ਨਰਵਸਨੈਸ ਫੀਲ ਕਰਦੇ ਹੋ। ਹੁਣ ਇਸੇ ਬੱਚੇ ਦਾ ਉਦਾਹਰਨ ਲੈ ਕੇ ਜੇ ਆਪਾਂ ਅੱਗੇ ਚੱਲੀਏ ਤਾਂ ਜਿਹੜੇ ਉਹਦੇ ਪੇਰੈਂਟਸ ਉਹਦੇ ਨਾਲ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ? ਇੱਕ ਤਾਂ ਉਹ ਬੱਚੇ ਨੂੰ ਟੋਟਲੀ ਇਗਨੋਰ ਕਰ ਸਕਦੇ ਆ, ਉਹਦੇ ਨਾਲ ਬੱਚੇ ਦੀ ਚਿੰਤਾ ਦਾ ਹੱਲ ਨਹੀਂ ਹੋਊਗਾ। ਇੱਕ ਉਹ ਬੱਚੇ ਨੂੰ ਡਰਾ ਸਕਦੇ ਆ ਕਿ ਹਾਏ ਬਾਬਾ ਤੈਨੂੰ ਚੱਕ ਕੇ ਲੈ ਜਾਊਗਾ, ਉਹਦੇ ਨਾਲ ਤਾਂ ਚਿੰਤਾ ਹੋਰ ਵਧੂਗੀ। ਦ ਬੈਸਟ ਐਕਸ਼ਨ ਦ ਪੇਰੈਂਟਸ ਕੈਨ ਟੇਕ ਇਜ਼ ਟਾਕ ਟੂ ਦ ਚਾਈਲਡ। ਕਿਸ ਤਰੀਕੇ ਨਾਲ ਐਂਪਥਾਈਜ਼ ਕਰੋ ਉਹਦੇ ਨਾਲ, ਪਹਿਲਾਂ ਉਹਦੇ ਦੁੱਖ ਨੂੰ ਸਮਝੋ। ਤੁਹਾਡੇ ਲਈ ਹੋ ਸਕਦਾ ਹੈ ਇੱਕ ਬਚਕਾਨੀ ਗੱਲ ਹੋਵੇ ਕਿ ਇਹ ਬੱਚੇ ਨੂੰ ਇੱਦਾਂ ਕਿਉਂ ਲੱਗਦਾ ਕਿ ਕੋਈ ਬਾਬਾ ਇਹਨੂੰ ਚੱਕ ਕੇ ਲੈ ਜਾਊ, ਲੇਕਿਨ ਉਹਦੇ ਲਈ ਉਹਦੀ ਜ਼ਿੰਦਗੀ ਦੀ ਅਸਲੀਅਤ ਹੈ, ਅਸਲੀ ਡਰ ਹੈ। ਤਾਂ ਪਹਿਲਾਂ ਬੱਚੇ ਨਾਲ ਅਸੀਂ ਕਹਾਂਗੇ ਕਿ ਹਾਂ ਤੇਰੀ ਚਿੰਤਾ ਬਿਲਕੁਲ ਜਾਇਜ਼ ਹੈ, ਯੋਰ ਫੀਅਰ ਇਜ਼ ਵੈਲਿਡ, ਲੇਕਿਨ ਫਿਰ ਅਸੀਂ ਉਹਨੂੰ ਸਮਝਾਵਾਂਗੇ ਕਿ ਅਸੀਂ ਉਹਦੇ ਨਾਲ ਆ, ਉਹਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ, ਪੁਲਿਸ ਵੀ ਹੈ ਇੱਥੇ, ਸਭ ਕੁਛ ਹੈ। ਮਤਲਬ ਜਿਸ ਵੀ ਤਰੀਕੇ ਨਾਲ ਤੁਸੀਂ ਉਸ ਬੱਚੇ ਨੂੰ ਸਮਝਾ ਸਕਦੇ ਹੋ ਵੀ ਡਰਨ ਦੀ ਕੋਈ ਲੋੜ ਨਹੀਂ, ਤੁਸੀਂ ਸਮਝਾਓਗੇ, ਦੈਟ ਇਜ਼ ਦ ਬੈਸਟ ਰਿਸਪੌਂਸ। ਉਹਨਾਂ ਨੂੰ ਆਪਣੇ 'ਤੇ ਲਾਗੂ ਕਰੀਏ। ਮੇਰੇ ਅੰਦਰ ਨਰਵਸਨੈਸ ਅਤੇ ਸਟ੍ਰੈਸ ਮੈਨੂੰ ਫੀਲ ਹੋ ਰਿਹਾ, ਯਾਨੀ ਮੇਰਾ ਅੰਦਰਲਾ ਬੱਚਾ ਜਾਗ ਚੁੱਕਿਆ, ਡਰਿਆ ਹੋਇਆ। ਮੈਂ ਚੁੱਪ ਰਹਿ ਸਕਦਾ ਜਿਹਦੇ ਨਾਲ ਉਹ ਸਟ੍ਰੈਸ ਅਤੇ ਨਰਵਸਨੈਸ ਬਣੀ ਰਹੂਗੀ। ਮੈਂ ਇੱਦਾਂ ਦੀਆਂ ਗੱਲਾਂ ਫੀਡ ਕਰ ਸਕਦਾ ਅੰਦਰ ਕਿ ਹਾਂ ਯਾਰ ਗੱਲ ਤਾਂ ਠੀਕ ਹੈ, ਆਏ ਨਾ ਹੋ ਜੇ, ਉਹ ਨਾ ਹੋ ਜੇ, ਅਤੇ ਉਹਦੇ ਨਾਲ ਉਹ ਲੂਪ ਬਣ ਜਾਂਦਾ ਹੈ। ਉਹ ਬੱਚਾ ਜਿਹੜਾ ਹੋਰ ਡਰਨਾ ਸ਼ੁਰੂ ਹੋ ਜਾਊਗਾ। ਤੀਸਰੀ ਚੀਜ਼ ਮੈਂ ਇਹ ਕਰ ਸਕਦਾ ਕਿ ਮੈਂ ਇੱਕ ਚੰਗੇ ਪੇਰੈਂਟ ਦਾ ਰੋਲ ਨਿਭਾਵਾਂ। ਮੈਂ ਖੁਦ ਨਾਲ ਸੈਲਫ ਟਾਕ ਕਰਾਂ।
ਸੈਲਫ ਟਾਕ ਸ਼ਾਇਦ ਤੁਹਾਨੂੰ ਅਜੀਬ ਚੀਜ਼ ਲੱਗੇ, ਬਟ ਅਸੀਂ 24 ਘੰਟੇ ਕਰਦੇ ਰਹਿੰਦੇ ਹਾਂ, ਦਿਮਾਗ 'ਚ ਕੁਛ ਨਾ ਕੁਛ ਬੋਲਦੇ ਰਹਿੰਦੇ ਹਾਂ ਖੁਦ ਨੂੰ, ਉਹ ਕੰਟਰੋਲ 'ਚ ਨਹੀਂ ਹੁੰਦੀ, ਉਹ ਅਲੱਗ ਗੱਲ ਹੈ। ਇੱਕ ਤੁਸੀਂ ਐਥਲੀਟ ਨੂੰ ਦੇਖਿਆ ਹੋਣਾ ਕਿ ਜਦੋਂ ਉਹਨੇ ਪਰਫਾਰਮੈਂਸ ਦੇਣੀ ਹੁੰਦੀ ਹੈ ਤਾਂ ਉਸ ਤੋਂ ਪਹਿਲਾਂ ਉਹ ਬੜਾ ਖੁਦ ਨੂੰ ਸਾਈਕ ਅਪ ਕਰ ਰਹੇ ਹੁੰਦੇ ਆ, ਅਲੱਗ ਹੀ 5-10 ਮਿੰਟ ਰੇਸ ਤੋਂ ਪਹਿਲਾਂ ਉਹ ਅਲੱਗ ਹੀ ਘੁੰਮ ਰਿਹਾ, ਆਪਣੇ ਨਾਲ ਗੱਲਾਂ ਕਰ ਰਿਹਾ। ਉਹ ਕੀ ਕਰ ਰਿਹਾ? ਉਹ ਖੁਦ ਨੂੰ ਹੌਸਲਾ ਦੇ ਰਿਹਾ। ਬਿਲਕੁਲ ਇਸੇ ਤਰ੍ਹਾਂ ਤੁਸੀਂ ਖੁਦ ਨੂੰ ਹੌਸਲਾ ਦੇ ਸਕਦੇ ਹੋ, ਆਪਣੇ ਦਰਦ ਨੂੰ ਸਮਝ ਸਕਦੇ ਹੋ। ਇੱਦਾਂ ਦੀ ਕੋਈ ਵੀ ਗੱਲ ਕਰ ਸਕਦੇ ਹੋ ਜਿਹਦੇ ਨਾਲ ਮੰਨ ਲਓ ਤੁਹਾਡਾ ਦੋਸਤ ਹੈ, ਜੇ ਤੁਹਾਡਾ ਦੋਸਤ ਨਰਵਸ ਹੈ, ਉਹਨੂੰ ਤੁਸੀਂ ਕੀ ਕਹੋਗੇ? ਉਹੀ ਗੱਲਾਂ ਖੁਦ ਨੂੰ ਕਹੋ। ਸੈਲਫ ਟਾਕ ਜਦੋਂ ਤੁਸੀਂ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਕੰਟਰੋਲ ਪ੍ਰਾਪਤ ਕਰਨਾ ਸ਼ੁਰੂ ਕਰ ਦਿੰਦੇ ਹੋ ਆਪਣੀ ਇੰਟਰਨਲ ਇਮੋਸ਼ਨਲ ਸਟੇਟ 'ਤੇ। ਜਦੋਂ ਤੱਕ ਅਸੀਂ ਸੈਲਫ ਟਾਕ ਨਹੀਂ ਕਰਨਾ ਸਿੱਖਦੇ ਉਦੋਂ ਤੱਕ ਇਹ ਚੀਜ਼ ਸਾਡੇ ਹੱਥ ਨਹੀਂ ਹੁੰਦੀ ਗੀ। ਸੈਲਫ ਟਾਕ ਬਾਰੇ ਤੁਸੀਂ ਗੂਗਲ ਕਰ ਸਕਦੇ ਹੋ, ਮੈਂ ਬਹੁਤ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ, ਤਾਂ ਬੜਾ ਆਮ ਨੋਨ ਜਿਹਾ ਵਿਸ਼ਾ। ਹੁਣ ਲਾਸਟ ਟਿਪ ਅਤੇ ਚੌਥਾ ਟਿਪ, ਅਤੇ ਟਿਪ ਰਿਲੇਟ ਕਰਦਾ ਸਾਡੇ ਦਿਮਾਗ ਨਾਲ ਡਾਇਰੈਕਟਲੀ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਨਰਵਸਨੈਸ ਇੱਕ ਸਟੇਟ ਹੈ ਜਿਹਨੂੰ ਸਾਡਾ ਦਿਮਾਗ ਬ੍ਰੇਨ ਪੈਦਾ ਕਰਦਾ ਹੈ। ਸ਼ਾਇਦ ਤੁਹਾਨੂੰ ਨਾ ਪਤਾ ਹੋਵੇ, ਲੇਕਿਨ ਸਾਡੇ ਦਿਮਾਗ ਦੇ 2 ਹਿੱਸੇ ਹੁੰਦੇ ਆ। ਇੱਕ ਪਿਛਲਾ ਹਿੱਸਾ ਜਿਹਨੂੰ ਐਨੀਮਲਿਸਟਿਕ ਪਾਰਟ ਵੀ ਕਹਿ ਦਿੰਦੇ ਆ, ਲਿਜ਼ਰਡ ਪਾਰਟ ਵੀ ਕਹਿ ਦਿੰਦੇ ਆ। ਇਹ ਲੱਖਾਂ ਸਾਲ ਪਹਿਲਾਂ ਬਣ ਚੁੱਕਿਆ ਸੀਗਾ, ਜਦੋਂ ਅਸੀਂ ਜੰਗਲਾਂ 'ਚ ਰਹਿੰਦੇ ਸੀ, ਜਦੋਂ ਸਾਨੂੰ ਖੁਦ ਨੂੰ ਬਚਾਉਣ ਦੀ ਜ਼ਰੂਰਤ ਸੀ, ਜਦੋਂ ਸ਼ੇਰ ਦੀ ਪਹਿਲੀ ਝਲਕ ਦਾ ਮਤਲਬ ਇਹ ਸੀ ਵੀ ਅਸੀਂ ਉੱਥੋਂ ਤਿੱਤਰ ਹੋ ਜਾਈਏ। ਫਿਰ ਇੱਕ ਪਾਰਟ ਫਰੰਟ ਵਾਲਾ ਬਣਿਆ, ਇਹਦਾ ਕੰਮ ਸੀ ਸੋਸ਼ਲਾਈਜ਼ ਕਰਨਾ, ਸਮਾਜ ਵਿੱਚ ਕਿੱਦਾਂ ਫਿੱਟ ਆਉਣਾ ਹੈ, ਵਗੈਰਾ ਵਗੈਰਾ ਵਗੈਰਾ। ਪ੍ਰੀ ਫਰੰਟਲ ਕੋਰਟੈਕਸ ਇਹਨੂੰ ਕਿਹਾ ਜਾਂਦਾ। ਜਦੋਂ ਕਿਸੇ ਬੱਚੇ 'ਚ ਨਰਵਸਨੈਸ ਜਾਂ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਤਾਂ ਉਹ 2 ਜਗ੍ਹਾਵਾਂ ਦਾ ਫਾਲਟ ਹੋ ਸਕਦਾ। ਜਾਂ ਤਾਂ ਤੁਹਾਡਾ ਪਿਛਲਾ ਹਿੱਸਾ ਦਿਮਾਗ ਦਾ ਕਰੰਟ ਹੀ ਇੰਨਾ ਜ਼ਿਆਦਾ ਜਨਰੇਟ ਕਰ ਰਿਹਾ ਕਿ ਉਹ ਸਾਹਮਣੇ ਵਾਲੇ ਹਿੱਸੇ ਤੋਂ ਕੰਟਰੋਲ ਨਹੀਂ ਹੋ ਰਿਹਾ। ਇਹ ਬਹੁਤ ਰੇਅਰ ਹੁੰਦਾ। 99% ਆਫ ਦਾ ਟਾਈਮ ਨਰਵਸਨੈਸ ਸਮੱਸਿਆ ਹੁੰਦੀ ਹੈ ਇਹ ਕਿ ਤੁਹਾਡਾ ਦਿਮਾਗ ਦਾ ਪਿਛਲਾ ਹਿੱਸਾ ਜੋ ਡਰ ਜਨਰੇਟ ਕਰ ਰਿਹਾ, ਉਹਨੂੰ ਫਰੰਟ ਵਾਲਾ ਹਿੱਸਾ ਕੰਟਰੋਲ ਨਹੀਂ ਕਰ ਪਾ ਰਿਹਾ, ਕਾਬੂ ਨਹੀਂ ਕਰ ਪਾ ਰਿਹਾ, ਉਹ ਖੁੱਲ੍ਹਾ ਦੌੜ ਰਿਹਾ ਤੁਹਾਡੇ ਅੰਦਰ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ, ਜੇ ਤੁਸੀਂ ਰਿਲੇਟ ਨਹੀਂ ਕਰ ਪਾ ਰਹੇ। ਕਦੇ ਤੁਹਾਨੂੰ ਗੁੱਸਾ ਆਇਆ, ਤੁਹਾਨੂੰ ਇੱਦਾਂ ਲੱਗਿਆ ਕਿ ਬਸ ਤੁਸੀਂ ਸਾਹਮਣੇ ਵਾਲੇ ਦਾ ਨੁਕਸਾਨ ਕਰ ਦਿਓ, ਉਹ ਗੁੱਸਾ ਇੱਥੋਂ ਪੈਦਾ ਹੁੰਦਾ, ਪਿਛਲੇ ਪਾਰਟ ਤੋਂ। ਲੇਕਿਨ ਫਿਰ ਜਦੋਂ ਤੁਸੀਂ ਖੁਦ ਨੂੰ ਕਹਿੰਦੇ ਹੋ ਕਿ ਨਹੀਂ ਯਾਰ, ਇਹਦੇ 'ਚ ਆਪਣਾ ਕੋਈ ਫਾਇਦਾ ਨਹੀਂ, ਇਹਦੇ ਨਾਲ ਮਸਲੇ ਦਾ ਹੱਲ ਨਹੀਂ ਨਿਕਲਣਾ, ਫਿਰ ਉਹ ਗੁੱਸਾ ਸ਼ਾਂਤ ਹੋ ਜਾਂਦਾ। ਉਹ ਜਿਹੜੀਆਂ ਗੱਲਾਂ ਕੀਤੀਆਂ ਫਰੰਟ ਵਾਲੇ ਪਾਰਟ ਨੇ ਕੀਤੀਆਂ। ਫਰੰਟ ਵਾਲੇ ਪਾਰਟ ਦਾ ਕੰਮ ਹੁੰਦਾ ਪਿਛਲੀ ਚੀਜ਼ ਨੂੰ ਰੈਗੂਲੇਟ ਕਰਨਾ, ਇੱਕ ਸਿਲੰਡਰ ਦੀ ਤਰ੍ਹਾਂ ਜਿਹਨੂੰ ਅੱਗ ਲੱਗਦੀ ਰਹਿੰਦੀ ਹੈ, ਅਤੇ ਫਰੰਟ ਵਾਲੇ ਪਾਰਟ ਦਾ ਕੰਮ ਹੁੰਦਾ ਉਹਨੂੰ ਰੈਗੂਲੇਟ ਕਰਨਾ, ਉਹਨੂੰ ਕੰਟਰੋਲ 'ਚ ਰੱਖਣਾ ਤਰ੍ਹਾਂ ਦੇ ਤਰੀਕਿਆਂ ਨਾਲ। ਸੈਲਫ ਟਾਕ ਇੱਕ ਤਰੀਕਾ ਹੀ ਹੈ ਰੈਗੂਲੇਟ ਕਰਨ ਦਾ। ਲੇਕਿਨ ਕੁਝ ਕੁ ਚੀਜ਼ਾਂ ਅਸੀਂ ਇੱਦਾਂ ਦੀਆਂ ਕਰ ਸਕਦੇ ਹੁੰਦੇ ਹਾਂ ਜਿਹਦੇ ਨਾਲ ਸਾਡੇ ਦਿਮਾਗ ਦਾ ਫਰੰਟ ਵਾਲਾ ਪਾਰਟ ਮਜ਼ਬੂਤ ਹੁੰਦਾ ਹੈ। ਕਹਿਣ ਦਾ ਭਾਵ ਅਸੀਂ ਇਮੋਸ਼ਨਲ ਰੈਗੂਲੇਸ਼ਨ 'ਚ ਵਧੀਆ ਹੋ ਜਾਂਦੇ ਹਾਂ। ਇਹ ਕੋਈ ਇੱਦਾਂ ਦਾ ਹੱਲ ਨਹੀਂ ਹੈ ਕਿ ਤੁਸੀਂ ਐਗਜ਼ਾਮ ਤੋਂ 15 ਦਿਨ ਪਹਿਲਾਂ ਸ਼ੁਰੂ ਕਰੋ, ਇਹ ਤਾਂ ਸਾਰੀ ਜ਼ਿੰਦਗੀ ਸਾਨੂੰ ਕਰਦੇ ਰਹਿਣਾ ਚਾਹੀਦਾ, ਕਿਉਂਕਿ ਇਮੋਸ਼ਨਲ ਰਿਸਟ੍ਰੇਨ, ਇਮੋਸ਼ਨਸ ਨੂੰ ਕੰਟਰੋਲ ਕਰ ਪਾਉਣਾ ਬਹੁਤ ਹੀ ਜ਼ਰੂਰੀ ਚੀਜ਼ ਹੈ। ਤਾਂ ਮੈਂ ਕਿਹੜੀ ਚੀਜ਼ ਦੀ ਗੱਲ ਕਰ ਰਿਹਾ? ਮੈਡੀਟੇਸ਼ਨ ਕਰਨਾ ਸ਼ੁਰੂ ਕਰੋ ਰੋਜ਼ਾਨਾ 5, 10 ਜਾਂ 15 ਮਿੰਟ, ਜਿੰਨਾ ਵੀ ਟਾਈਮ ਤੁਹਾਡਾ ਲੱਗੇ। ਮੈਡੀਟੇਸ਼ਨ ਬਾਰੇ ਸਾਨੂੰ ਇਹ ਪਤਾ ਹੈ ਕਿ ਇਹ ਕਰਨ ਨਾਲ ਪ੍ਰੀ ਫਰੰਟਲ ਕੋਰਟੈਕਸ ਜਿਹੜਾ ਸਾਡਾ ਫਰੰਟ ਵਾਲਾ ਪਾਰਟ ਹੈ, ਇਹ ਮਜ਼ਬੂਤ ਹੁੰਦਾ ਹੈ, ਇਮੋਸ਼ਨਲ ਰੈਗੂਲੇਸ਼ਨ ਇੰਪਰੂਵ ਹੁੰਦੀ ਹੈ, ਅਤੇ ਯਕੀਨਨ ਸਟ੍ਰੈਸ ਅਤੇ ਨਰਵਸਨੈਸ ਸਾਨੂੰ ਘੱਟ ਮਹਿਸੂਸ ਹੁੰਦਾ ਹੈ। ਘੱਟੋ ਘੱਟ ਜੇ ਤੁਸੀਂ ਮੈਡੀਟੇਸ਼ਨ ਸਟਾਰਟ ਕਰੋਗੇ 2 ਮਹੀਨੇ ਤਾਂ ਤੁਹਾਨੂੰ ਲੱਗ ਹੀ ਜਾਣਗੇ ਵਿਜ਼ੀਬਲ ਇਫੈਕਟ ਦੇਖਣ ਨੂੰ। ਇੱਥੇ ਡਿਫਾਈਨ ਕਰਨਾ ਬਹੁਤ ਜ਼ਰੂਰੀ ਹੈ ਕਿ ਮੈਡੀਟੇਸ਼ਨ ਤੋਂ ਕੀ ਭਾਵ ਹੈ। ਮੈਡੀਟੇਸ਼ਨ ਇੱਥੇ ਮੈਂ ਇੱਕ ਰਿਲੀਜੀਅਸਲੀ ਨਿਊਟਰਲ ਸੈਂਸ 'ਚ ਯੂਜ਼ ਕਰ ਰਿਹਾ। ਮੈਡੀਟੇਸ਼ਨ ਦਾ ਕਈ ਲੋਕ ਅਰਥ ਇਹ ਸਮਝ ਲੈਂਦੇ ਵੀ ਕਿਸੇ ਮੰਤਰ ਦਾ ਜਾਪ ਕਰਨਾ, ਜਾਂ ਜੇ ਸਿੱਖ ਹੋ ਤਾਂ ਸਿਮਰਨ ਕਰਨਾ, ਜੇ ਹਿੰਦੂ ਹੋ ਤਾਂ ਓਮ ਕਹਿਣਾ। ਨਹੀਂ, ਮੈਂ ਉਹ ਵਾਲੀ ਮੈਡੀਟੇਸ਼ਨ ਦੀ ਗੱਲ ਨਹੀਂ ਕਰ ਰਿਹਾ, ਹਾਲਾਂਕਿ ਉਹ ਵੀ ਇੱਕ ਮੈਡੀਟੇਸ਼ਨ ਹੋ ਸਕਦੀ ਹੈ। ਜਿਸ ਮੈਡੀਟੇਸ਼ਨ ਦੀ ਮੈਂ ਗੱਲ ਕਰ ਰਿਹਾ ਉਹ ਬਹੁਤ ਸਿੰਪਲ ਹੈ। ਆਈ ਐਮ ਟਾਕਿੰਗ ਅਬਾਊਟ ਮਾਈਂਡਫੁਲਨੈਸ, ਵਿਚ ਮੀਨਸ ਕਿ ਪਹਿਲੀ ਗੱਲ ਤਾਂ ਤੁਸੀਂ ਟਿਕ ਕੇ ਬੈਠ ਜਾਓਗੇ, ਆਪਣਾ ਸਰੀਰ ਨੂੰ ਨਹੀਂ ਹਿਲਾਓਗੇ, ਅੱਖਾਂ ਖੁੱਲ੍ਹੀਆਂ ਰੱਖ ਸਕਦੇ ਹੋ, ਜ਼ਿਆਦਾ ਵਧੀਆ ਬੰਦ ਕਰ ਲਓਗੇ ਕਿਉਂਕਿ ਡਿਸਟਰੈਕਸ਼ਨ ਨਹੀਂ ਹੁੰਦੀ। ਫਿਰ ਉਹ ਤੋਂ ਬਾਅਦ ਤੁਸੀਂ ਜ਼ਿਆਦਾ ਹਿਲਣਾ ਨਹੀਂ, ਸਰੀਰ ਨੂੰ ਸਥਿਰ ਕਰ ਲੈਣਾ, ਐਂਡ ਆਫਟਰ ਦੈਟ ਜਸਟ ਫਾਈਂਡ ਸਮਥਿੰਗ ਟੂ ਫੋਕਸ ਔਨ। ਉਹ ਤੁਹਾਡੇ ਵਾਤਾਵਰਨ 'ਚ ਆਸੇ ਪਾਸੇ ਆ ਰਹੀ ਕੋਈ ਆਵਾਜ਼ ਹੋ ਸਕਦੀ ਹੈ। ਸਭ ਤੋਂ ਵਧੀਆ ਆਪਣੇ ਸਾਹ 'ਤੇ ਫੋਕਸ ਕਰੋ। ਇਮੈਜਿਨ ਕਰੋ ਕਿ ਤੁਸੀਂ ਆਪਣੇ ਨੱਕ ਦੇ ਚੌਕੀਦਾਰ ਹੋ, ਕੋਈ ਵੀ ਸਾਹ ਅੰਦਰ ਨਹੀਂ ਜਾਣਾ ਚਾਹੀਦਾ, ਤੁਹਾਡੀ ਨਿਗਾਹ ਤੋਂ ਬਿਨਾਂ ਕੋਈ ਵੀ ਬਾਹਰ ਨਹੀਂ ਆਉਣਾ ਚਾਹੀਦਾ। ਜਦੋਂ ਵੀ ਸਾਹ ਅੰਦਰ ਜਾ ਰਿਹਾ ਤਾਂ ਬੋਲੋ ਮਨ 'ਚ ਇਨਹੇਲ, ਜਦੋਂ ਬਾਹਰ ਜਾ ਰਿਹਾ ਤਾਂ ਬੋਲੋ ਐਗਜ਼ੇਲ। ਇਸ ਲੜੀ ਜਾਂ 1 2 3 4 ਇਸ ਤਰੀਕੇ ਨਾਲ ਇਸ ਲੜੀ ਨੂੰ ਕਾਇਮ ਕਰਕੇ ਰੱਖੋ, ਇਹਨੂੰ ਟੁੱਟਣ ਨਾ ਦਿਓ। ਜਦੋਂ ਤੁਹਾਡਾ ਮਨ ਭਟਕੇ ਫਿਰ ਵਾਪਸ ਆ ਜਾਓ। ਇਹ ਮੈਡੀਟੇਸ਼ਨ, ਮੈਂ ਇਸ ਕਿਸਮ ਦੀ ਮੈਡੀਟੇਸ਼ਨ ਦੀ ਗੱਲ ਕਰ ਰਿਹਾ।
ਤੇ ਇਹਦੇ 'ਚ ਬਸ ਮੈਂ ਇੱਕ ਚੀਜ਼ ਤੁਹਾਨੂੰ ਦੱਸਣਾ ਚਾਹੂੰਗਾ ਕਿ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ ਕਿ ਇਹਦੇ ਨਾਲ ਕਿਉਂ ਪ੍ਰੀਫਰੰਟਲ ਕਾਰਟੈਕਸ ਮਜ਼ਬੂਤ ਹੁੰਦਾ, ਕੀ ਨਹੀਂ ਹੁੰਦਾ। ਲੇਕਿਨ ਮੈਡੀਟੇਸ਼ਨ ਦੀ ਕਾਮਯਾਬੀ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਤੁਹਾਡਾ ਮਨ ਭਟਕਣਾ ਚਾਹੀਦਾ ਹੈ। ਬਹੁਤ ਸਾਰੇ ਬੱਚੇ ਜਦੋਂ ਮੈਡੀਟੇਸ਼ਨ ਕਰਦੇ ਆ ਤੇ ਦਿਮਾਗ ਉੱਡ ਕੇ ਕੈਨੇਡਾ ਪਹੁੰਚ ਜਾਂਦਾ ਹੈ ਜਾਂ ਕਿਤੇ ਹੋਰ ਪਹੁੰਚ ਜਾਂਦਾ ਤਾਂ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਮੈਡੀਟੇਸ਼ਨ ਦੀ ਅਸਫਲਤਾ ਇਹੀ ਸਫਲਤਾ ਹੈ। ਹਰ ਵਾਰ ਜਦੋਂ ਤੁਹਾਡਾ ਦਿਮਾਗ ਡਿਸਟਰੈਕਟ ਹੁੰਦਾ ਹੈ ਤੇ ਤੁਸੀਂ ਉਹਨੂੰ ਖਿੱਚ ਕੇ ਵਾਪਸ ਲੈ ਕੇ ਆਉਂਦੇ ਹੋ, ਖਿੱਚ ਕੇ ਵਾਪਸ ਲਿਆਉਣ ਦਾ ਐਕਸ਼ਨ ਹੀ ਮੈਡੀਟੇਸ਼ਨ ਹੈ। ਜਦੋਂ ਤੁਸੀਂ ਖਿੱਚ ਕੇ ਵਾਪਸ ਲਿਆਉਣ 'ਚ ਮਾਹਰ ਹੋ ਜਾਂਦੇ ਹੋ ਤਾਂ ਇਹਦਾ ਮਤਲਬ ਇਹ ਹੁੰਦਾ ਹੈ ਕਿ ਆਪਣੇ ਇਮੋਸ਼ਨਸ ਅਤੇ ਥਿੰਕਿੰਗ ਤੋਂ ਤੁਸੀਂ ਖੁਦ ਨੂੰ ਡਿਸਟਰੈਕਟ ਕਰਨਾ ਸਿੱਖ ਲਿਆ ਜਾਂ ਉਹਨੂੰ ਓਬਜ਼ਰਵ ਕਰਨਾ ਸਿੱਖ ਲਿਆ। ਹੁਣ ਤੁਸੀਂ ਉਹਦੇ 'ਚ ਉਹਦਾ ਪਾਰਟ ਨਹੀਂ ਬਣ ਜਾਂਦੇ ਜਾ ਕੇ, ਜੋ ਤੁਹਾਡੇ ਦਿਮਾਗ ਵਿੱਚ ਖਿਆਲ ਚੱਲ ਰਿਹਾ ਅਤੇ ਜੋ ਇਮੋਸ਼ਨਸ ਤੁਸੀਂ ਫੀਲ ਕਰ ਰਹੇ ਹੋ। ਮੈਨੂੰ ਥੋੜ੍ਹਾ ਜਿਹਾ ਅਹਿਸਾਸ ਸੀ ਕਿ ਅੱਜ ਦੀ ਵੀਡੀਓ ਲੰਬੀ ਹੋ ਸਕਦੀ ਹੈ, ਇਸ ਕਰਕੇ ਸਪੀਡ ਮੈਂ ਤੇਜ਼ ਬਰਕਰਾਰ ਰੱਖੀ, ਪਰ ਉਮੀਦ ਕਰਦਾ ਜਿਹੜੀ ਵੀ ਗੱਲ ਮੈਂ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ ਸਮਝਾ ਪਾਇਆ ਹੋਊਗਾ। ਐਂਡ ਉਮੀਦ ਕਰਦਾ ਕਿ ਤੁਸੀਂ ਹੁਣ ਥੋੜ੍ਹਾ ਹੋਪਫੁਲ ਫੀਲ ਕਰ ਰਹੇ ਹੋਗੇ, ਖਾਸ ਕਰਕੇ ਜੇ ਸਟ੍ਰੈਸ ਐਂਡ ਨਰਵਸਨੈਸ ਤੁਹਾਡੀ ਪ੍ਰੋਬਲਮ ਹੈ। ਕੋਈ ਵੀ ਗੱਲ ਤੁਹਾਨੂੰ ਨਹੀਂ ਸਮਝ ਆਈ ਤਾਂ ਤੁਸੀਂ ਵੀਡੀਓ ਦੇ ਥੱਲੇ ਕਮੈਂਟ ਕਰਕੇ ਪੁੱਛ ਸਕਦੇ ਹੋ। ਅਤੇ ਜੇ ਕੋਈ ਇੱਦਾਂ ਦੀ ਚੀਜ਼ ਹੈ ਜੋ ਤੁਹਾਡੇ ਲਈ ਬਹੁਤ ਵਧੀਆ ਕੰਮ ਕਰਦੀ ਹੈ ਸਟ੍ਰੈਸ ਜਾਂ ਨਰਵਸਨੈਸ ਨੂੰ ਹੈਂਡਲ ਕਰਨ ਵਿੱਚ, ਜਿਹਦੀ ਗੱਲ ਮੈਂ ਨਹੀਂ ਇਸ ਵੀਡੀਓ 'ਚ ਕੀਤੀ, ਤਾਂ ਤੁਸੀਂ ਥੱਲੇ ਕਮੈਂਟ 'ਚ ਸ਼ੇਅਰ ਕਰ ਸਕਦੇ ਹੋ ਤਾਂ ਕਿ ਬਾਕੀ ਬੱਚਿਆਂ ਦੀ ਮਦਦ ਹੋ ਸਕੇ। ਅੱਜ ਦੀ ਵੀਡੀਓ 'ਚ ਇੰਨਾ ਹੀ ਜੀ, ਮਿਲਦੇ ਹਾਂ ਅਗਲੀ ਵੀਡੀਓ 'ਚ।